ਇਸੇ ਤਰ੍ਹਾਂ ਗੁਰੂ ਜੀ ਮਾਂ ਦੀ ਗੋਦ ਵਿੱਚ ਆਤਮਿਕ ਰੰਗ ਬਖੇਰਦੇ ਜੋਤੀ ਜੋਤ ਸਮਾ ਗਏ। ਮਾਤਾ ਜੀ ਨੂੰ ਐਸਾ ਬੇਸਮਾਦੀ ਰੰਗ ਚੜ੍ਹਿਆ ਕਿ ਉਹ ਵੀ ਆਤਮ ਸਰੂਪ ਲੱਗਦੇ ਸਨ। ਉਹ ਸੰਤੋਖ ਦੇ ਘਰ ਚਲੇ ਗਏ ਅਤੇ ਰਤਾ ਕੂ ਵੀ ਸੋਗ ਜਾਂ ਦੁੱਖ ਨਾ ਕੀਤਾ। ਕਨ੍ਹਈਆ ਲਾਲ ਨੇ ਤਰੀਖ-ਏ ਪੰਜਾਬ ਵਿੱਚ ਖਾਲਸਾ ਕੌਮ ਦੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਦੇ ਹਾਲ ਵਿੱਚ ਲਿਖਿਆ ਹੈ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਇੱਕ ਹੀ ਆਵਾਜ਼ ਸਾਰਿਆਂ ਸੁਣੀ ਕਿ ਬਿਲਕੁਲ ਨਹੀਂ ਰੋਵਣਾ। ਅਸੀਂ ਆਪਣੇ ਉੱਚੇ ਅਤੇ ਪਰਮ ਪਾਵਨ ਸਥਾਨ ਤੇ ਪੁੱਜ ਗਏ ਹਾਂ। ਕੀਰਤਨ ਫਿਰ ਆਰੰਭ ਹੋ ਗਿਆ। ਭਜਨ ਕੀਰਤਨ ਹੋਣ ਲੱਗੇ। ਦੀਵਾਨ ਤਿਆਰ ਕੀਤਾ ਗਿਆ ਤੇ ਸਮੁੱਚਾ ਸ਼ਹਿਰ ਹੀ ਟੁਰ ਪਿਆ। ਰਾਹ ਵਿੱਚ ਹੀ ਸਿਵਾਏ ਕੀਰਤਨ ਤੋਂ ਹੋਰ ਕੁਝ ਨਹੀਂ ਸੀ ਹੋ ਰਿਹਾ। ਪੱਗ ਪੱਗ ਭੋਜਨ ਹੋਤ ਬਿਦ ਭਲੇ। ਜਮਨਾ ਦੇ ਕਿਨਾਰੇ ਤਿੱਲੋ ਖਰੜੀ ਪਿੰਡ ਦੇ ਨੇੜੇ ਚੰਦਨ ਦੀ ਚਿਖਾ ਬਣਾ ਕੇ ਸੰਸਕਾਰ ਕੀਤਾ ਗਿਆ। ਉੱਥੇ ਹੀ ਹੁਣ ਬਾਲਾ ਸਾਹਿਬ ਗੁਰਦੁਆਰਾ ਹੈ। ਮਾਤਾ ਸੁੰਦਰੀ ਜੀ ਅਤੇ ਬਾਬਾ ਸਾਹਿਬ ਦੇਵਾ ਜੀ ਦਾ ਸੰਸਕਾਰ ਵੀ ਉੱਥੇ ਹੀ ਕੀਤਾ ਗਿਆ ਸੀ। ਸਾਡੇ ਇਤਿਹਾਸ ਦਾ ਵੀ ਇਹੀ ਹੀ ਕਹਿਣਾ ਹੈ ਕਿ ਔਰੰਗਜ਼ੇਬ ਨੇ ਅੰਤਿਮ ਦਰਸ਼ਨ ਕਰਨੇ ਚਾਹੇ ਸਨ, ਪਰ ਐਸੀ ਘੇਰਨੀ ਖਾ ਕੇ ਗਿਰਿਆ ਕਿ ਮਸਾਂ ਬਚਿਆ। ਫਿਰ ਉਸ ਯਤਨ ਨਾ ਕੀਤੇ। ਧੰਨ ਗੁਰੂ ਹਰਕ੍ਰਿਸ਼ਨ ਜੀ, ਧੰਨ ਗੁਰੂ ਸਾਹਿਬ ਕਹਿੰਦੇ, ਗੁਰੂ ਉਪਮਾ ਕਰਦੇ ਸਭ ਮੁੜ ਰਹੇ ਸਨ। ਕੋਈ ਕਹਿੰਦਾ ਕਿ ਜਦ ਤੋਂ ਦਿੱਲੀ ਚਰਨ ਪਾਏ ਹਨ ਰੋਗ ਦੂਰ ਹੋ ਗਏ ਹਨ। ਕੋਈ ਆਖਦਾ ਸਰਵ ਕਲਾ ਸਮਰੱਥ ਪ੍ਰਭੂ ਦਾ ਰੂਪ ਸਨ। ਕੋਈ ਸੁਣਾਉਂਦਾ ਗੁਰੂ ਲੋ ਦੀ ਜੋਤ ਨੂੰ ਮੱਧਮ ਨਹੀਂ ਪੈਣ ਦਿੱਤਾ, ਕਰਾਮਾਤ ਨਹੀਂ ਦਿਖਾਈ, ਬਰਕਤਾਂ ਹੀ ਵੰਡਦੇ ਰਹੇ। ਕੋਈ ਬੋਲਦਾ ਬਹੁਤ ਧੀਰਜ ਵਾਲੇ ਗੰਭੀਰ ਧੀਰ ਸਨ, ਬੜੇ ਸੂਰਮੇ ਸਨ, ਆਪਣੇ ਕੀਤੇ ਪ੍ਰਣ ਤੋਂ ਪਿਛਾਂਹ ਨਹੀਂ ਹਟੇ। ਬਾਦਸ਼ਾਹ ਨੇ ਲੱਖ ਯਤਨ ਕੀਤੇ, ਨਹੀਂ ਮਿਲੇ। ਸੰਸਾਰੀ ਵਡਿਆਈ ਤੱਕ ਨਹੀਂ ਚਾਹੀ। ਬਾਦਸ਼ਾਹ ਪਿੱਛੇ ਪਿੱਛੇ ਫਿਰਦਾ ਰਿਹਾ। ਕੈਸੇ ਸੋਹਣੇ ਪੂਰਨੇ ਸਾਡੇ ਲਈ ਪਾ ਗਏ ਹਨ ਕਿ ਸ਼ਾਹਾਂ ਤੇ ਹੁਕਮਰਾਨਾਂ ਦੀ ਪਰਵਾਹ ਨਹੀਂ ਕਰਨੀ। ਸਭ ਤੋਂ ਵੱਡੀ ਗੱਲ ਉਹਨਾਂ ਵਿੱਚ ਪੂਜਾ ਧਨ ਦੀ ਇੱਛਾ ਵੀ ਨਹੀਂ ਸੀ। ਹੋਰ ਕੋਈ ਨਹੀਂ ਜੋ ਗੁਰੂ ਹਰਕ੍ਰਿਸ਼ਨ ਜੀ ਜਿਹੀ ਦਿਵ ਦ੍ਰਿਸ਼ਟੀ ਅਤੇ ਰੱਬੀ ਦ੍ਰਿਸ਼ਟੀ ਦਾ ਮਾਲਕ ਹੋਵੇ। ਭਾਗ 9ਵਾਂ ਅਸ਼ਟਮ ਬਲਬੀਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਭਗਉਤੀ ਜੀ ਦੀ ਵਾਰ ਦੀ ਪਹਿਲੀ ਪੌੜੀ ਦੀਆਂ 5.5 ਤੁਕਾਂ ਵਿੱਚ ਜਿੱਥੇ 4 ਗੁਰੂ ਸਾਹਿਬਾਨਾਂ ਦੀ ਉਪਮਾ ਬਖਸ਼ਿਸ਼ਾਂ ਬਰਕਤਾਂ ਰਹਿਮਤਾਂ ਦੇਣਾ ਅਤੇ ਦਿੱਤਾਂ ਕਹੀਆਂ ਹਨ, ਉੱਥੇ ਇੱਕ ਉਚੇਚੀ ਪੂਰੀ ਤੁਕ ਗੁਰੂ ਹਰਕ੍ਰਿਸ਼ਨ ਜੀ ਦੀ ਮਹਿਮਾ ਗਾਉਣ ਦੀ ਲਿਖੀ ਹੈ। ਉਹ ਉਚਾਰਦੇ ਹਨ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸੁਭਾਅ ਕਰਮ ਨੂੰ ਜਾਣਦੇ ਹਨ ਉਹ ਗਵਾਹੀ ਦੇਣਗੇ ਕਿ ਇਸੇ ਉਚੇਚੀ ਨਵੇਕਲੀ ਤੁਕ ਦਾ ਕੋਈ ਖਾਸ ਕਾਰਨ ਹੈ। ਜਿਵੇਂ ਬੜੀ ਡੂੰਘੀ ਗੱਲ ਸੀ ਜਦ ਉਹਨਾਂ ਬਚਿੱਤਰ ਨਾਟਕ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦਾ ਤਾਂ ਜ਼ਿਕਰ ਤੱਕ ਨਾ ਕੀਤਾ, ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਇੱਕ ਪ੍ਰਕਾਰ ਦਾ ਵਿਸਥਾਰ ਵੀ ਦਿੱਤਾ ਅਤੇ ਫਿਰ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਣ ਵੇਲੇ ਇਹ ਤਾਂ ਲਿਖਿਆ ਕਿ ਤੂੰ ਕਿਹੜੀ ਵੱਡੀ ਮੱਲ ਮਾਰ ਲਈ ਜਦ 4 ਬੱਚੇ ਸ਼ਹੀਦ ਕਰ ਦਿੱਤੇ, ਪਰ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਸ਼ਹਾਦਤ ਦਾ ਜ਼ਿਕਰ ਨਾ ਕੀਤਾ। ਉਹ ਸਿਰਫ ਇਹ ਦਰਸਾ ਰਹੇ ਸਨ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਪ ਸਹੇੜੀ ਸੀ। 9ਵੇਂ ਪਾਤਸ਼ਾਹ ਨੇ ਆਪੂ ਕਿਹਾ ਸੀ, ਕਾਰਾਗਰ ਹੈ ਆਪ ਹਮ ਲੇਹ। ਪਰ ਸ਼ੀਰ ਖੋਰ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨਾ ਕਿਸੇ ਹਕੂਮਤ ਲਈ ਮਰਦਪੁਣਾ ਨਹੀਂ ਹੈ। ਫਿਰ 10ਮ ਗ੍ਰੰਥ ਪੜ੍ਹਨ ਵਾਲਾ ਹੈਰਾਨ ਹੁੰਦਾ ਹੈ ਕਿ ਕਲਗੀ ਵਾਲੇ ਹਰ ਸ਼ਬਦ ਵਰਤਣ ਵਿੱਚ ਬਹੁਤ ਹੀ ਅਹਿਤਿਆਤ ਵਰਤਦੇ ਹਨ। ਮਜਾਲ ਕੀ ਕੋਈ ਸ਼ਬਦ ਥਾਂ ਪਰ ਉਥਾਂ ਹੋ ਜਾਏ। ਇੱਕ ਹੀ ਉਦਾਹਰਨ ਲਵੋ। ਸੁਰਤ ਦੇ ਸ਼ਬਦ ਨੂੰ ਸੁਰਤ ਦੇ ਭਾਵ ਵਿੱਚ ਕੇਵਲ ਅਤੇ ਕੇਵਲ ਇੱਕ ਹੀ ਵਾਰ ਉਹਨਾਂ ਵਰਤਿਆ ਹੈ। ਬੜੀ ਰਹੱਸ ਭਰੀ ਬਾਤ ਸੀ। ਉਹ ਇਹ ਹੀ ਦਰਸਾ ਰਹੇ ਸਨ ਕਿ ਸੁਰਤ ਨੂੰ ਪ੍ਰਭੂ ਚਰਨਾਂ ਵਿੱਚ ਝਬੋ ਰੱਖ। ਉਹ ਕੇਵਲ ਜਗਤ ਤਮਾਸ਼ਾ ਦੇਖਣ ਆਏ ਹਨ। ਹੋਰ ਜੇ ਸੁਰਤ ਪ੍ਰਭੂ ਚਰਨਾਂ ਵਿੱਚ ਲੀਨ ਹੋ ਜਾਏ ਤਾਂ ਇਹ ਜਗਤ ਸਭ ਖੇਲ ਤਮਾਸ਼ਾ ਹੀ ਲੱਗਦਾ ਹੈ। ਸੋ ਇਹ ਤੁਕ ਜਿਸ ਡਿੱਠੇ ਸਭ ਦੁੱਖ ਜਾਏ ਕੋਈ ਕਾਹਲੀ ਨਾਲ ਪੜ੍ਹ ਛੱਡਣ ਵਾਲੀ ਗੱਲ ਨਹੀਂ। ਗੁਰੂ ਜੋਤ ਦੀ ਅਜ਼ਮਤ ਪ੍ਰਗਟਾਉਂਦੀ ਇਹ ਤੁਕ ਆਪਣੇ ਆਪ ਵਿੱਚ ਬਹੁਤ ਕੁਝ ਸੰਭਾਲੀ ਬੈਠੀ ਹੈ। ਇੱਕ ਤਾਂ ਇਹ ਕਿ ਗੁਰੂ ਜੋਤ ਜਿਸ ਵਿੱਚ ਪ੍ਰਵੇਸ਼ ਕਰ ਜਾਵੇ ਗੁਰੂ ਅਖਵਾਉਣ ਅਤੇ ਮੰਨਣ ਦਾ ਉਹ ਹੀ ਅਧਿਕਾਰੀ ਤੇ ਹੱਕਦਾਰ ਹੈ। ਗੁਰੂ ਜੋਤ ਅੱਗੇ ਰਿਸ਼ਤੇ ਨਾਤੇ ਕੁਝ ਮੁੱਲ ਨਹੀਂ ਰੱਖਦੇ। ਸਿੱਖ ਘਰ ਵਿਅਕਤੀ ਪ੍ਰਧਾਨ ਨਹੀਂ, ਸ਼ਬਦ ਅਤੇ ਹੁਕਮ ਪ੍ਰਧਾਨ ਹੈ। ਗੁਰੂ ਜੋਤ ਦਾ ਹੀ ਸਭ ਲਿਸ਼ਕਾਰਾ ਹੈ। ਇਹ ਜੋਤ ਬਿਰਧ ਬੱਚੇ ਜਵਾਨ ਕਿਸੇ ਵਿੱਚ ਵੀ ਪ੍ਰਵੇਸ਼ ਕਰ ਜਾਏ ਉਹੋ ਜਿਹੀ ਕਦਰ ਤੇ ਕੀਮਤ ਰੱਖਦੀ ਹੈ। ਇਸ ਲਈ ਗੁਰੂ ਵਿਅਕਤੀ ਦੇ ਸੱਚਖੰਡ ਪਿਆਨੇ ਨੂੰ ਵੀ ਸਿੱਖ ਘਰ ਵਿੱਚ ਜੋਤੀ ਜੋਤ ਸਮਾਉਣਾ ਕਹਿੰਦੇ ਹਨ। ਨਾ ਇਹ ਅਕਾਲ ਚਲਾਣਾ ਹੈ, ਨਾ ਚੜ੍ਹਾਈ ਅਤੇ ਨਾ ਹੀ ਮ੍ਰਿਤਿੂ। ਦੂਜੇ ਗੁਰੂ ਗੋਬਿੰਦ ਸਿੰਘ ਜੀ ਇਹ ਪ੍ਰਗਟਾਉਣਾ ਲੋੜਦੇ ਹਨ ਕਿ ਬਾਬਾ ਰਾਮ ਰਾਏ ਜੀ ਵੀ ਗੁਰੂ ਹਰ ਰਾਏ ਜੀ ਦੇ ਪੁੱਤਰ ਹਨ, ਪਰ ਉਹਨਾਂ ਆਗਿਆ ਨਾ ਪਾਲੀ ਤਾਂ ਹੁਕਮ ਹੋਇਆ ਜੋ ਉਸ ਦੇ ਮੱਥੇ ਲੱਗੇਗਾ ਉਹ ਮੇਰਾ ਸਿੱਖ ਨਹੀਂ। ਪਰ ਦੂਜੇ ਪਾਸੇ
ਜਿਸ ਗੁਰੂ ਹਰਿਕ੍ਰਿਸ਼ਨ ਨੂੰ ਧਿਆਇਆ ਅਤੇ ਡਿੱਠਾ ਸਭ ਦੁੱਖ ਦੂਰ ਹੋ ਜਾਣਗੇ। ਗੁਰੂ ਹਰਿਕ੍ਰਿਸ਼ਨ ਜੀ ਦੀ ਕਰਨੀ, ਕੌਤਕ ਅਤੇ ਕਰਮ ਜਿਨ੍ਹਾਂ ਪੜ੍ਹੇ ਦੇਖੇ ਹਨ ਉਹ ਸ਼ਾਹਦ ਹਨ ਕਿ ਉਹਨਾਂ ਨੂੰ ਧਿਆਇਆ ਮਾਨਸਿਕ, ਆਤਮਿਕ, ਸੰਸਾਰਿਕ, ਸਮਾਜਿਕ, ਸਿਆਸੀ ਅਤੇ ਧਾਰਮਿਕ ਸਭ ਰੋਗ ਦੂਰ ਹੋ ਜਾਂਦੇ ਹਨ। ਉਹਨਾਂ ਪਾਸ ਬੈਠਿਆਂ ਹੀ ਆਤਮਿਕ ਠੰਡ ਮਿਲਦੀ ਹੈ। ਅੰਤਿਮ ਸਮੇਂ ਜਦ ਮਾਤਾ ਜੀ ਨੇ ਗੋਦ ਵਿੱਚ ਲਿਆ ਤਾਂ ਉਹਨਾਂ ਨੇ ਅਮਰਾ ਪਦ ਪ੍ਰਾਪਤ ਹੁੰਦਾ ਪ੍ਰਤੀਤ ਕੀਤਾ। ਗ੍ਰੀਨ ਲੀਜ਼, ਜਿਸ ਨੇ ਹਰ ਗੁਰੂ ਸਾਹਿਬਾਨ ਦੀ ਉਭਰਦੀ ਇੱਕ ਗੁਣ ਉਪਮਾ ਲਿਖੀ ਹੈ, ਉਹ ਗੁਰੂ ਹਰਿਕ੍ਰਿਸ਼ਨ ਜੀ ਦੀ ਪ੍ਰਤਿਭਾ, ਨਿਰਮਲਤਾ ਦਾ ਆਲਮ ਖਿਲਾਰਨ ਵਿੱਚ ਦੇਖਦਾ ਹੈ। ਆਤਮ ਹੁਲਾਰਾ ਹੀ ਆ ਜਾਂਦਾ ਸੀ। ਗੁਰੂ ਹਰਿਕ੍ਰਿਸ਼ਨ ਜੀ ਦੇ ਦੀਦਾਰ ਲਈ ਤਰਸਦਾ ਔਰੰਗਜ਼ੇਬ ਬੰਗਲਾ ਸਾਹਿਬ ਦੀ ਦਹਲੀਜ਼ ਤੇ ਅੱਧੀ ਘੜੀ ਖੜਾ ਇਹ ਹੀ ਕਹਿੰਦਾ ਰਿਹਾ, ਮੈਂ ਆਪ ਚੱਲ ਆਇਆ ਹਾਂ ਫਕੀਰ ਦਰਬਾਰ। ਮਾਨਸਿਕ ਪੀੜਾ ਗੁਰੂ ਜੀ ਇੱਕ ਬਚਨ ਨਾਲ ਹਰ ਦਿੰਦੇ ਸਨ। ਸੁੱਕੇ ਹਰੇ ਕੀਏ ਖਿਨ ਮਾਹੇ ਦੀ ਉਹਨਾਂ ਵਿੱਚ ਸ਼ਕਤੀ ਸੀ। ਗੁਰਦੇਵ ਦ੍ਰਿਸ਼ਟੀ ਦੇ ਅੰਮ੍ਰਿਤ ਜਲ ਨਾਲ ਸਿੰਜ ਕੇ ਖੁਸ਼ਕ ਹੋਏ ਮਨਾਂ ਨੂੰ ਸਰਸਬਜ ਕਰ ਦਿੰਦੇ ਸਨ। ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਜਿਸ ਵੱਲ ਵੀ ਅੰਮ੍ਰਿਤ ਦ੍ਰਿਸ਼ਟੀ ਨਾਲ ਵੇਖਦੇ ਉਹ ਪੂਰਨ ਹੋ ਜਾਂਦਾ, ਸੰਤ ਹੋ ਵਿਚਰਦਾ। ਸ਼ਬਦ ਪਠਿਤ ਕਾਸ਼ਟ ਨਰਮਾਏ ਦਾ ਗੁਣ ਪ੍ਰਭਾਵ ਉਸ ਸਿੱਖ ਨੇ ਡਿੱਠਾ ਸੀ ਜੋ ਪਰਖ ਪ੍ਰੀਖਿਆ ਲਈ ਆਇਆ ਸੀ। ਭਾਈ ਸੰਗਤੀਆ, ਭਾਈ ਸਾਹੀ ਰਾਮ ਅਤੇ ਹੋਰ ਅਨੇਕਾਂ ਨੂੰ ਆਤਮ ਰਸ ਦੇਖਣ ਤੇ ਮਾਨਣ ਦਾ ਫਲ ਦਰਸਾਇਆ ਸੀ। ਮੈਕਾਲਫ ਦਾ ਤਾਂ ਇਹ ਕਹਿਣਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੀ ਐਸੇ ਵਚਨ ਬੋਲਦੇ ਸਨ ਕਿ ਸਿੱਖਾਂ ਦੀ ਦੁਵਿਧਾ ਅਤੇ ਸ਼ੰਕੇ ਮਿਟਦੇ, ਮੁਕਤੀ ਦਾ ਰਾਹ ਦਰਸਾ ਦਿੰਦੇ। ਗੁਰਗੱਦੀ ਸੰਭਾਲਣ ਤੋਂ ਬਾਅਦ ਉਹਨਾਂ ਹਿੰਦੁਸਤਾਨ ਦੇ ਬਾਹਰ ਹਰ ਸਿੱਖੀ ਕੇਂਦਰ ਤੇ ਸੁਘੜ ਸਿਆਣੇ ਸਿੱਖ ਭੇਜੇ, ਜਿਨ੍ਹਾਂ ਸਿੱਖੀ ਦੇ ਬੂਟੇ ਨੂੰ ਆਂਚ ਨਾ ਆਉਣ ਦਿੱਤੀ। ਸਿੱਖੀ ਦੇ ਵਾਧੇ ਲਈ ਐਸੇ ਕਦਮ ਚੁੱਕੇ ਕਿ ਹੋਰ ਸਿੱਖੀ ਦੇ ਦਾਇਰੇ ਵਿੱਚ ਆਏ। ਗੁਰੂ ਘਰ ਨੇ ਜਿੱਥੇ ਪ੍ਰਭੂ ਏਕਤਾ ਦਾ ਸਿਧਾਂਤ ਦ੍ਰਿੜ ਕਰਾਇਆ, ਉੱਥੇ ਮਨੁੱਖ ਦੀ ਏਕਤਾ ਨੂੰ ਖੰਡਨ ਹੋਣ ਤੋਂ ਬਚਾਇਆ। ਗੁਰੂ ਹਰਿਕ੍ਰਿਸ਼ਨ ਜੀ ਨੇ ਆਫਰ ਫਿਰਦੇ ਵਿਦਿਆ ਮੱਤੇ ਅਤੇ ਜਾਤ ਅਭਿਮਾਨੀ ਪੰਡਿਤ ਲਾਲ ਚੰਦ ਦਾ ਜਿਵੇਂ ਹੰਕਾਰ ਤੋੜਿਆ ਅਤੇ ਫਿਰ ਉਸਨੇ ਜਿਵੇਂ ਆਪਣੇ ਜੰਝੂ ਤੋੜ ਗੁਰੂ ਚਰਨਾਂ ਤੇ ਰੱਖਿਆ, ਉਹ ਇਸੇ ਗੱਲ ਦਾ ਪ੍ਰਤੀਤ ਸੀ ਕਿ ਗੁਰੂ ਹਰਿਕ੍ਰਿਸ਼ਨ ਜੀ ਮਨੁੱਖਤਾ ਦੀ ਏਕਤਾ ਦੇ ਅਲਬਰਦਾਰ ਸਨ। ਜੰਝੂ ਮਨੁੱਖ ਵਿੱਚ ਵੰਡੀ ਦਾ ਪ੍ਰਤੀਤ ਸੀ। ਸ਼ਾਹਾਂ, ਮਹਾਰਾਜਿਆਂ ਅਤੇ ਦੁਨਿਆਵੀ ਲੋਕਾਂ ਦੀ ਪਰਵਾਹ ਨਾ ਕਰਦੇ ਜੋ ਪੂਰਨੀ ਦਿੱਲੀ ਵਿੱਚ ਪਾਏ, ਉਹ ਸਿਆਸੀ ਪੀੜਾਂ ਹਰਨ ਲਈ ਸਨ। ਜੋ ਲੋੜ ਵਸ ਹਿਰਸਾਂ ਦੇ ਬੱਧੇ ਝੂਠੀਆਂ ਖੁਸ਼ਾਮਦਾਂ ਕਰਦੇ ਨਹੀਂ ਥੱਕਦੇ, ਉਹਨਾਂ ਲਈ ਅਸ਼ਟਮ ਬਲਬੀਰਾਂ ਦੇ ਕਰਤੱਵ ਚੇਤਾਵਨੀ ਰੂਪ ਹੀ ਹਨ। ਜਿਨ੍ਹਾਂ ਸੰਸਾਰ ਦੇ ਭਲੇ ਲਈ ਪੂਰਨੇ ਪਾਉਣੇ ਹਨ, ਉਹਨਾਂ ਵਿੱਚ ਲਾਲਚਾਂ ਅਤੇ ਡਰਾਵਿਆਂ ਤੋਂ ਉੱਚਾ ਹੋਰ ਨਤੀਜਿਆਂ ਦੀ ਪਰਵਾਹ ਕੀਤੇ ਬਗੈਰ ਵਿਚਰਨਾ ਚਾਹੀਦਾ ਹੈ। ਗੁਰੂ ਹਿਵੇ ਘਰ ਹੈ, ਗੁਰੂ ਦੀਪਕ ਹੈ ਜਿਸ ਠੰਡ ਵਰਤਾ ਕੇ ਬੁਝਿਆਂ ਹੋਇਆਂ ਦੀਵਿਆਂ ਨੂੰ ਰੋਸ਼ਨ ਕਰਨਾ ਹੈ। ਬੰਗਲਾ ਸਾਹਿਬ ਤੱਜ ਗਰੀਬ ਦੀ ਕੁਟੀਆ ਆ ਵਿਸ਼ਰਾਮ ਕਰਨਾ ਗੁਰੂ ਦਾ ਹੀ ਕਰਮ ਸੀ। ਫਿਰ ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਸੌਂਪੀ, ਉਹ ਦਰਸਾ ਗਏ ਕਿ ਅਗਵਾਈ ਦੀ ਵਾਂਗਡੋਰ ਕਿਵੇਂ ਠੀਕ ਹੱਥਾਂ ਵਿੱਚ ਦਿੱਤੀ ਜਾਂਦੀ ਹੈ। ਮਹਾਕਵੀ ਸੰਤੋਖ ਸਿੰਘ ਜੀ ਨੇ, ਜੋ ਗੁਰੂ ਨੂੰ ਬਾਲਕ ਕਹਿੰਦੇ ਹਨ, ਇੱਕ ਦੋਹਰਾ ਲਿਖ ਕੇ ਖੂਬ ਨਿਬੇੜਾ ਕੀਤਾ ਹੈ। ਉਹ ਲਿਖਦੇ ਹਨ ਕਿ ਦੁਨਿਆਵੀ ਬਾਲਕ ਵਿੱਚ ਤਿੰਨੇ ਵੱਡੇ ਔਗੁਣ ਮਿੱਥੇ ਜਾਂਦੇ ਹਨ। ਪਹਿਲਾ, ਬਾਲਕ ਬਿਰਧ ਗਿਆਨ ਨਹੀਂ ਹੁੰਦਾ। ਜੇ ਇੱਕ ਅੱਧ ਚੰਗੀ ਕਰੇ ਤਾਂ ਦੂਜੀ ਜ਼ਰੂਰ ਵਿਗਾੜ ਪਾ ਦਿੰਦੀ ਹੈ। ਦੂਜੇ, ਬਾਲਕ ਸੁਤੰਤਰ ਦਾਨ ਨਹੀਂ ਦੇ ਸਕਦਾ। ਉਸ ਨੂੰ ਕਹਿਣਾ ਪੈਂਦਾ ਹੈ ਕਿ ਹੱਥ ਪਕੜੀ ਚੀਜ਼ ਆਏ ਹੋਏ ਨੂੰ ਦੇਵੋ। ਤੀਜੇ, ਕੋਈ ਬਾਲਕ ਸੁਤੰਤਰ ਅਗਵਾਈ ਵੀ ਨਹੀਂ ਕਰ ਸਕਦਾ, ਦੱਸੀ ਹੋਈ ਥਾਂ ਵੀ ਭੁੱਲ ਜਾਂਦਾ ਹੈ। ਪਰ ਗੁਰੂ ਹਰਿਕ੍ਰਿਸ਼ਨ ਜੀ ਬਿਰਧ ਗਿਆਨ ਵਾਲੇ ਹੀ ਨਹੀਂ, ਰੱਬੀ ਜੋਤ ਦਾ ਰੂਪ ਹਨ। ਹਰ ਗੁਰਹੇ ਹਨ, ਰੱਬ ਦਾ ਰੂਪ ਹਨ। ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਹੀ ਪਾਪਾਂ ਦੀ ਕਾਲਖ ਉਤਾਰ ਦਿੰਦੀ ਹੈ। ਉਹਨਾਂ ਦੇ ਦਰਸ਼ਨ ਨਾਲ ਹੀ ਅਗਿਆਨ ਅੰਧੇਰਾ ਬਿਨਸ ਜਾਂਦਾ ਹੈ। ਗੁਰਬਾਣੀ ਦੀ ਤੁਕ ਬੋਲ ਕੇ ਹੀ ਅਗਲੇ ਦੇ ਪਾਪ ਭੀਤਰ ਦੇ ਕੰਬਾ ਦਿੰਦੇ ਹਨ। ਜੱਦੀ ਚੋਰ ਜਸਵੰਤ ਰਾਏ ਨੂੰ ਸਿਰਫ ਇਤਨਾ ਆਖ ਕੇ ਹੀ ਚੋਰ ਕੀ ਹਾਮਾ ਭਰੇ ਨਾ ਕੋਈ, ਉਸ ਨੂੰ ਰੁਆ ਦਿੱਤਾ ਸੀ। ਔਰੰਗਜ਼ੇਬ ਦੇ ਭੇਜੇ ਸ਼ਹਿਜ਼ਾਦੇ ਨੇ ਬਾਰ-ਬਾਰ ਜਦ ਕੁਝ ਲਿਖ ਭੇਜਣ ਲਈ ਕਿਹਾ ਤਾਂ ਆਪ ਜੀ ਨੇ ਮਾਂਝ ਰਾਗ ਦੀ ਵਾਰ ਵਿੱਚੋਂ ਉਹ ਸ਼ਲੋਕ ਲਿਖਿਆ ਸੀ, ਜਿਸ ਨੂੰ ਪੜ੍ਹਦੇ ਸਾਰ ਔਰੰਗਜ਼ੇਬ ਸ਼ਰਮਸ਼ਾਰ ਹੋਇਆ ਸੀ। ਦਾਨੀ ਸੁਤੰਤਰ ਸਨ। ਸਭ ਗਵਾਈਆਂ ਹਨ ਕਿ ਲੰਗਰ ਅਟੁੱਟ ਵਰਤਦੇ ਰਹਿੰਦੇ ਸਨ। ਆਈਆਂ ਭੇਟਾਵਾਂ ਨੂੰ ਉਸੇ ਸਮੇਂ ਜਾਂ ਲੋੜਵੰਦਾਂ ਵਿੱਚ ਵੰਡਵਾ ਦਿੰਦੇ ਜਾਂ ਲੰਗਰ ਵਿੱਚ ਪਾ ਦਿੰਦੇ। ਜਦ ਬਾਦਸ਼ਾਹ ਵੱਲੋਂ ਅਨੇਕ ਭੇਟਾਵਾਂ ਲੈ ਕੇ ਅਹਲੰਕਾਰ ਦਰਬਾਰ ਹਾਜ਼ਰ ਹੋਇਆ ਤਾਂ ਆਪ ਜੀ ਨੇ ਇੱਕ ਤਸਬੀਹ ਉਠਾ ਕੇ ਬਾਕੀ ਸਭ ਉਵੇਂ ਹੀ ਮੋੜ ਦਿੱਤੀਆਂ। ਦਿੱਲੀ ਦੇ ਗਲੀ
ਕੂਚਿਆਂ ਵਿੱਚ ਆਪ ਵਿਚਰ ਕੇ ਰੋਗੀਆਂ ਦੇ ਰੋਗ ਖੰਡਨ ਕੀਤੇ। ਸਭ ਤੋਂ ਵੱਡੀ ਗੱਲ ਐਸੀ ਅਗਵਾਈ ਕੀਤੀ ਕਿ ਹਰ ਕੋਈ ਆਖ ਰਿਹਾ ਸੀ ਕਿ ਪਿਤਾ ਜੀ ਦੇ ਪਾਏ ਪੂਰਨਿਆਂ ਤੇ ਤੁਰ ਕੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਹੋਰ ਅੱਗੇ ਵਧਾਇਆ ਹੈ। ਇਹ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਕਿਤਨਾ ਦਬਾਅ ਵਿਰੋਧੀਆਂ, ਦੋਖੀਆਂ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਸੋਢੀਆਂ ਦਾ ਆਪ ਤੇ ਹੋਵੇਗਾ। ਪਰ ਆਪ ਜੀ ਨੇ ਸਪਸ਼ਟ ਹੁਕਮ ਕੀਤਾ, ਬਾਬਾ ਬਸੇ ਹੈ ਜੀ ਗ੍ਰਾਮ ਬਕਾਲੇ, ਦੁਖਤਰ ਕੁਸ਼ੀ ਭਾਵ ਕੁੜੀ ਮਾਰ ਵਾਲੇ ਨੂੰ ਮੂੰਹ ਨਾ ਲਗਾਉਣਾ, ਤੰਬਾਕੂ ਨੋਸ਼ੀ ਤੋਂ ਵਰਜਣਾ, ਕੇਸਾਂ ਦੀ ਬੇਅਦਬੀ ਨਾ ਕਰਨ ਦਾ ਹੁਕਮ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਰੇਦਾ ਦੱਸਣਾ ਅਤੇ ਪ੍ਰਚਾਰਨਾ ਸੁਤੰਤਰ ਅਗਵਾਈ ਦੀਆਂ ਅਨੇਕਾਂ ਉਦਾਹਰਨਾਂ ਹਨ। ਤਾਤਪਰਜ ਇਹ ਹੈ ਕਿ ਜੋਤ ਉਹੀ ਸੀ, ਜੁਗਤ ਸਾਈਂ ਸੀ, ਸਿਰਫ ਕਾਇਆ ਪਲਟੀ ਸੀ। ਭਾਵ ਇਹ ਹੈ ਕਿ ਬਾਲ ਅਵਸਥਾ ਵਿੱਚ ਬਾਲਕ ਅਚੇਤ ਅਤੇ ਨਿਰਬਲ ਹੁੰਦਾ ਹੈ, ਪਰ ਬਾਲ ਗੁਰੂ ਸਤਿਗੁਰ ਜੀ ਬਾਲ ਦੀਆਂ ਤਿੰਨੇ ਕਮਜ਼ੋਰੀਆਂ ਤੋਂ ਰਹਿਤ ਹਨ। ਅਚੇਤਤਾ ਦੇ ਟਾਕਰੇ ਗਿਆਨ ਬਿਰਧ ਹਨ, ਨਿਰਬਲਤਾ ਦੇ ਮੁਕਾਬਲੇ ਪਰਮ ਸਮਰੱਥ ਹਨ ਅਤੇ ਆਪਣੇ ਸੇਵਕਾਂ ਨੂੰ ਮੁਕਤੀ ਵਰਗੇ ਦੁਰਲੱਭ ਪਦਾਰਥ ਇੱਕ ਹੀ ਤੱਕਣੀ ਨਾਲ ਦਿੰਦੇ ਹਨ। ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰੀਰਕ ਅਵਸਥਾ ਤੇ ਉਮਰ ਸਤਿਗੁਰ ਜੋਤ ਤੇ ਹਾਵੀ ਨਹੀਂ ਹੋ ਸਕਦੇ। ਪ੍ਰਾਚੀਨ ਪੰਥ ਪ੍ਰਕਾਸ਼ ਨੇ ਵੀ ਗੁਰੂ ਹਰਿਕ੍ਰਿਸ਼ਨ ਜੀ ਦੀ ਮਹਿਮਾ ਗਾਉਂਦੇ ਇਹ ਹੀ ਲਿਖਿਆ ਹੈ ਕਿ ਸਭ ਸਿੱਖਾਂ ਦੀਆਂ ਇੱਛਾ ਪੂਰੀਆਂ ਕੀਤਿਆਂ ਅਤੇ ਭਟਕਿਆਂ ਨੂੰ ਸਿੱਖੀ ਮਾਰਗ ਦ੍ਰਿੜ ਕਰਾਇਆ। ਇੱਛੇ ਪੂਰੇ ਸਿੱਖਣ ਕੀ ਸਿੱਖ ਕਰੇ। ਭਾਈ ਨੰਦ ਲਾਲ ਜੀ ਨੇ ਗੰਜਨਾਮਾ ਵਿੱਚ ਸਲਤਨਤ ਏ ਹਸ਼ਮਤ ਦੇ ਸਿਰਲੇਖ ਹੇਠ ਇਹ ਹੀ ਲਿਖਿਆ ਹੈ ਕਿ ਉਸ ਦੀ ਪਵਿੱਤਰ ਕਰਾਮਾਤ ਜਗਤ ਪ੍ਰਸਿੱਧ ਹੈ ਅਤੇ ਉਸ ਦੇ ਪਾਵਨ ਵਜੂਦ ਦਾ ਨੂਰ ਸੱਚ ਨੂੰ ਰੋਸ਼ਨ ਕਰਦਾ ਹੈ। ਕਿਤਨੀ ਪ੍ਰਗਟ ਸੱਚਾਈ ਲਿਖੀ ਹੈ। ਗੁਰੂ ਨਾਨਕ ਦੇਵ ਜੀ ਦੀ 8ਵੀਂ ਪਾਤਸ਼ਾਹੀ ਉਹਨਾਂ ਦੇ ਪੁੱਗੇ ਅਤੇ ਪਾਕ ਪਵਿੱਤਰ ਪ੍ਰੇਮੀਆਂ ਦਾ ਤਾਜ ਅਤੇ ਉਹਨਾਂ ਵਿੱਚ ਹੀ ਸਮਾ ਚੁੱਕੇ ਪਿਆਰਿਆਂ ਦੀ ਸਰਕਾਰ ਹੈ। ਇਤਨੀ ਦਿਲ ਖਿੱਚਵੀਂ ਅਤੇ ਕੋਮਲ ਸ਼ਖਸੀਅਤ ਹੈ ਗੁਰੂ ਹਰਿਕ੍ਰਿਸ਼ਨ ਜੀ ਦੀ ਕਿ ਨੇੜੇ ਰਹਿਣ ਵਾਲੇ ਵੀ ਉਸ ਤੋਂ ਸਦਕੇ ਹੋਣਾ ਲੋੜੀਂਦੇ ਹਨ। ਜਿਨ੍ਹਾਂ ਰੱਬ ਦਾ ਰਾਹ ਵੀ ਪਾ ਲਿਆ ਉਹ ਵੀ ਉਸ ਦੇ ਦਰ ਤੇ ਆ ਕੇ ਸਿਰ ਝੁਕਾਉਂਦੇ ਹਨ। ਉਸ ਦੇ ਬੇਅੰਤ ਗੁਣਾਂ ਤੇ ਮਹਾਨ ਸਿਫਤਾਂ ਨੂੰ ਉਸ ਦੇ ਪਿਆਰ ਕਰਨ ਵਾਲੇ 3 ਲੋਕਾਂ ਅਤੇ 6 ਤਰਫਾਂ ਵਿੱਚ ਫੈਲਾ ਰਹੇ ਹਨ। ਉਸ ਦੀਆਂ ਵਡਿਆਈਆਂ ਕੋਈ ਗਿਣ ਨਹੀਂ ਸਕਦਾ। ਹੋਰ ਤਾਂ ਹੋਰ ਉਸ ਦੀਆਂ ਕੀਤੀਆਂ ਵਡਿਆਈਆਂ ਦੇ ਭੰਡਾਰ ਵਿੱਚੋਂ ਬਚੇ ਖੁਚੇ ਟੁਕੜੇ ਚੁਣਨ ਵਾਲਿਆਂ ਦੀ ਗਿਣਤੀ ਦਾ ਤਾਂ ਕੋਈ ਅੰਤ ਹੀ ਨਹੀਂ। ਫਿਰ ਭਾਈ ਨੰਦ ਲਾਲ ਜੀ ਨੇ ਹਰਿਕ੍ਰਿਸ਼ਨ ਨਾਮ ਦੇ ਫਾਰਸੀ ਹਿੱਜੇ ਲੈ ਕੇ ਹਰ ਇੱਕ ਲਫ਼ਜ਼ ਦੀ ਮਹਿਮਾ ਗਾਉਂਦੇ ਲਿਖਿਆ ਹੈ। ਉਹਨਾਂ ਦੇ ਨੇਕ ਸੁਭਾਅ ਨੂੰ ਦਰਸਾਉਣ ਵਾਲੀ ਅਤੇ ਸੱਚ ਦੇ ਥੇਵੇਂ ਨਾਲ ਜੜੀ ਹੋਈ ਹੇ ਦੁਨੀਆ ਦੇ ਕਾਬਜ਼ ਦੈਂਤ ਨੂੰ ਹਰਾ ਕੇ ਡੇਗ ਦੇਣ ਵਾਲੀ ਗੱਲ ਹੈ। ਸੱਚਾਈ ਦਰਸਾਉਣ ਵਾਲੀ ਰੇ ਦੱਸਦੀ ਹੈ ਕਿ ਹਰ ਨੇੜੇ ਆਇਆ ਸਦੀਵੀ ਤਖਤ ਅਤੇ ਪ੍ਰਧਾਨਗੀ ਪਦ ਤੇ ਬਿਰਾਜਮਾਨ ਹੋ ਜਾਂਦਾ ਹੈ। ਉਸ ਦੇ ਨਾਮ ਦਾ ਅਰਬੀ ਕਾਫ ਇਸ ਗੱਲ ਦਾ ਲਖਾਇਕ ਹੈ ਕਿ ਉਹ ਦ੍ਰਿਸ਼ਟੀ ਕਰਨ ਤਾਂ ਸ਼ਖਾਵਤ ਤੇ ਮਿਹਰ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਸ਼ਾਨ ਸ਼ੌਕਤ ਨਾਲ ਭਰੀ ਸ਼ੀਨ ਸ਼ੇਰਾਂ ਵਰਗੇ ਦੈਂਤਾਂ ਨੂੰ ਮਾਰ ਮੁਕਾਉਣ ਵਾਲੀ ਹੈ। ਆਖਰੀ ਨੂਨ ਪ੍ਰਗਟਾ ਰਹੀ ਹੈ ਕਿ ਉਹਨਾਂ ਪਾਸ ਆਏ ਹਰ ਦਿਲ ਤੇ ਜਾਨ ਵਿੱਚ ਤਾਜ਼ਗੀ ਅਤੇ ਸੁਗੰਧੀ ਭਰ ਜਾਏਗੀ, ਕਿਉਂਕਿ ਗੁਰੂ ਹਰਿਕ੍ਰਿਸ਼ਨ ਜੀ ਰੱਬੀ ਨਿਆਮਤਾਂ ਦਾ ਨਿਕਟਵਰਦੀ ਮਿੱਤਰ ਹੈ। ਕਿਤਨੀ ਅਟੱਲ ਸੱਚਾਈ ਲਿਖੀ ਹੈ ਭਾਈ ਨੰਦ ਲਾਲ ਜੀ ਨੇ। ਹੁਣ ਵੀ ਜਿਸ ਬੰਗਲਾ ਸਾਹਿਬ ਸਿਰ ਨਿਵਾਇਆ ਉਹ ਇੰਜ ਮਹਿਸੂਸ ਕਰਦਾ ਹੈ ਕਿ ਉਸ ਦਾ ਖਾਲੀ ਹਿਰਦਾ ਭਰ ਗਿਆ ਹੈ ਅਤੇ ਜੀਵਨ ਵਿੱਚ ਤਾਜ਼ਗੀ, ਪਕੀਜ਼ਗੀ ਅਤੇ ਖੁਸ਼ਬੂ ਭਰੀ ਗਈ ਹੈ। ਭਾਈ ਨੰਦ ਲਾਲ ਜੀ ਨੇ ਹੋਰ ਗੁਣ ਕਰਮ ਲਿਖ ਕੇ ਪ੍ਰਗਟਾਇਆ ਹੈ ਕਿ 8ਵੇਂ ਪਾਤਸ਼ਾਹ ਮਿਹਰ ਅਤੇ ਬਖਸ਼ਿਸ਼ ਦਾ ਸਰੂਪ ਹਨ। ਰੱਬ ਦੇ ਜਿਤਨੇ ਵੀ ਨੇੜੇ ਬੈਠਣ ਵਾਲੇ ਹਨ ਉਹਨਾਂ ਸਭਨਾਂ ਵਿੱਚ ਇਹ ਸਭ ਤੋਂ ਵੱਧ ਸਲਾਹੇ ਹੋਏ ਹਨ। ਉਹਨਾਂ ਵਿੱਚ ਅਤੇ ਰੱਬ ਵਿੱਚ ਕੇਵਲ ਦੇਖਣ ਨੂੰ ਹੀ ਫਰਕ ਹੈ। ਉਹਨਾਂ ਦੀ ਹੋਂਦ ਸਾਰੀ ਦੀ ਸਾਰੀ ਰੱਬ ਦੀਆਂ ਮਿਹਰਾਂ ਬਖਸ਼ਿਸ਼ਾਂ ਹਨ। ਉਹ ਮਿਹਰਾਂ ਤੇ ਬਖਸ਼ਿਸ਼ਾਂ ਦਾ ਹੀ ਮੁਜੱਸਮਾ ਹਨ। ਸਾਰੇ ਉਸ ਦੇ ਦਰ ਤੇ ਸਵਾਲੀਆਂ ਵਾਂਗ ਖੜੇ ਰਹਿੰਦੇ ਹਨ। ਉਹਨਾਂ ਦੇ ਮੁਖ ਵਿੱਚੋਂ ਨਿਕਲੇ ਹਰ ਸ਼ਬਦ ਤੇ ਪਹਿਰਾ ਦੇਣ ਵਾਲੇ ਕਈ ਖੜੇ ਹਨ। ਦੋਨਾਂ ਜਹਾਨਾਂ ਵਿੱਚ ਉਹਨਾਂ ਦੇ ਬਚਨਾਂ ਤੇ ਟੁਰ ਕੇ ਕਾਮਯਾਬੀ ਮਿਲਦੀ ਹੈ। ਉਸ ਦੀ ਮਿਹਰ ਹੋ ਜਾਏ ਤਾਂ ਜਰਰਾ ਵੀ ਸੂਰਜ ਬਣ ਜਾਂਦਾ ਹੈ। ਉਹਨਾਂ ਦਾ ਨਾਮ ਲਿਆਂ ਹੀ ਰੱਖਿਆ ਮਿਲ ਜਾਂਦੀ ਹੈ ਅਤੇ ਨਿਆਮਤਾਂ ਘਰ ਆ ਜਾਂਦੀਆਂ ਹਨ। ਗੁਰੂ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਕਿਤਨੀ ਦ੍ਰਿੜਤਾ ਦਰਸਾਈ, ਇਸ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਸ਼ਾਹਾਂ ਦੇ ਅਤਾਬ ਤੋਂ ਨਹੀਂ ਡਰੇ ਅਤੇ ਸੁਲਤਾਨੀ ਰੋਹਬ ਹੂੰਝ ਦਿੱਤਾ। ਜੋ ਹੁਕਮਰਾਨਾਂ ਦੇ ਚੱਕਰ ਕੱਟਦੇ ਨਹੀਂ ਥੱਕਦੇ ਉਹਨਾਂ ਤੇ ਪ੍ਰਗਟ ਕਰ ਦਿੱਤਾ ਕਿ ਇਹ ਕੋਈ ਵਡਿਆਈ ਨਹੀਂ ਕਿ ਬਾਦਸ਼ਾਹ, ਨਵਾਬ, ਵਜ਼ੀਰ ਜਾਂ ਅਹਲਕਾਰ ਕਰਮਚਾਰੀ ਨੂੰ ਤੁਸੀਂ ਮਿਲੇ ਹੋ। ਖੁਸ਼ਾਮਦਾਂ ਵਿੱਚੋਂ ਕੱਢਿਆ
ठीक लिखिया है सूरज प्रकाश ने कि उन्हां दे ज्योति जोत समाउण वेले जिथे होर गुण सारे गायन कर रहे हैं उत्थे एक ਇਹ भी कह रहे सन प्राण निभाया प्राण दिते पर शाह नूं मूँह नहीं लगाया। जीवन पढ़ के पूर्ण विश्वास है कि ਇਹ ਕਿਸੇ ਦਾ ਲਿਖਣਾ ਕਿ ਗੁਰੂ ਹਰਕ੍ਰਿਸ਼ਨ ਜੀ ਦਾ ਸਮਾਂ ਘਟਨਾ ਰਹਿਤ ਜਾਂ ਥਾਂ ਪੂਰਨ ਲਈ ਜਾਂ ਐਸੇ ਹੀ ਨਿਰਮੂਲ ਹੀ नहीं लगेगा ਸਗੋਂ ਬੋਲ ਵਿਗਾੜ ਕੇ ਮੂਰਖਪੁਣਾ ਹੀ ਸਿੱਧ ਹੋਵੇਗਾ। ਫਿਰ ਕਿਸੇ ਦਾ ਇਹ ਲਿਖਣਾ ਤਾਂ ਬਿਲਕੁਲ ਹੀ ਨਹੀਂ ਜੱਚਦਾ ਕਿ ਔਰੰਗਜ਼ੇਬ ਨੇ ਦੋਵਾਂ ਧਿਰਾਂ ਦਾ ਪੱਖ ਗੁਰੂ ਜੀ ਵੱਲ ਰਾਜਾ ਜੈ ਸਿੰਘ ਅਤੇ ਕੁਝ ਮਸੰਦ ਪੇਸ਼ ਹੋਣ ਤੇ ਸੁਣਨ ਉਪਰੰਤ ਇਹ ਫੈਸਲਾ ਸੁਣਾਇਆ ਕਿ ਉਹ ਮਜ਼ਹਬੀ ਕਿਸਮ ਦੇ ਝਗੜੇ ਵਿੱਚ ਦਖਲਅੰਦਾਜ਼ੀ ਨਹੀਂ ਕਰੇਗਾ। ਭਾਵੇਂ ਔਰੰਗਜ਼ੇਬ ਲਈ ਐਸਾ ਨਿਰਣਾ ਲੈਣਾ ਇੱਕ ਬਹੁਤ ਅਸਧਾਰਨ ਸੀ। ਇਸ ਫੈਸਲੇ ਨਾਲ ਗੁਰਸਿੱਖਾਂ ਦੇ ਹਿਰਦੇ ਖਿੜ ਗਏ। ਇਤਿਹਾਸਿਕ ਪੱਖੋਂ ਜੱਚਦਾ ਹੀ ਨਹੀਂ। ਔਰੰਗਜ਼ੇਬ ਆਪ ਗੁਰਦਰਬਾਰੇ ਚੱਲ ਆਇਆ ਪਰ ਉਸ ਦੀ ਇੱਕ ਨਾ ਚੱਲੀ। ਰਾਜਾ ਜੈ ਸਿੰਘ ਨੇ ਉਸ ਦੇ ਕਹਿਣ ਤੇ ਸਾਜ਼ਿਸ਼ ਰਚੀ ਪਰ ਪਾਜ ਉਗੜ ਗਿਆ। ਕੋਈ ਮਸੰਦ ਸਿੱਖ ਪ੍ਰਤੀਨਿਧ ਜਾਂ ਨਿਕਟਵਰਦੀ ਔਰੰਗਜ਼ੇਬ ਪਾਸ ਗੁਰੂ ਪੱਖ ਦਰਸਾਉਣ ਲਈ ਨਹੀਂ ਗਿਆ। ਗੁਰੂ ਜੋਤ ਆਪੇ ਆਪ ਹੈ, ਕਿਸੇ ਆਸਰੇ ਜਾਂ ਸਹਾਰੇ ਨਹੀਂ। ਕਵੀ ਸੰਤੋਖ ਸਿੰਘ ਜੀ ਨੇ ਇਸੇ ਲਈ ਇਸ ਖਿਆਲ ਨੂੰ ਹਰ ਮੰਗਲ ਵਿੱਚ ਦੁਹਰਾਇਆ ਹੈ। ਉਹ ਰਾਸ 12ਵੀਂ ਦੇ ਮੰਗਲ ਵਿੱਚ ਵੀ ਇਹ ਹੀ ਲਿਖਦੇ ਹਨ ਕਿ ਗੁਰੂ ਹਰਕ੍ਰਿਸ਼ਨ ਜੀ ਦੇ ਦਰਸ਼ਨ ਮਾਤਰ ਨਾਲ ਹੀ ਸੰਕਟ ਦੂਰ ਹੋ ਜਾਂਦੇ ਹਨ। ਚਰਨ ਪਰਸਨ ਕਰ ਸੁੱਖਾਂ ਦੀ ਖਾਣ ਪ੍ਰਾਪਤ ਹੋ ਜਾਂਦੀ ਹੈ। ਉਹ ਆਪ ਸਦਾ ਖੇੜੇ ਵਿੱਚ ਰਹਿੰਦੇ ਹਨ ਅਤੇ ਜੋ ਵੀ ਪਾਸ ਜਾਂਦਾ ਹੈ ਉਸ ਨੂੰ ਖੜਾ ਦਿੰਦੇ ਹਨ। ਬਸ ਅੰਤ ਵਿੱਚ ਕਵੀ ਗੁਲਾਬ ਸਿੰਘ ਦੇ ਲਿਖੇ ਛੰਦ ਦੀ ਇਸ ਤੁਕ ਨਾਲ ਹੀ ਨਮਸਕਾਰ ਕਰਨਾ ਹੈ ਕਿ ਪਾਣੀ ਵਿਚਾਲੇ ਕੰਵਲ ਨੂੰ ਤਾਂ ਸਦਾ ਇਹ ਡਰ ਖਾਈ ਜਾਂਦਾ ਹੈ ਕਿ ਮਤਾ ਰਾਤ ਨਾ ਆ ਜਾਏ, ਚੰਦ ਨਾ ਚੜ੍ਹ ਪਏ, ਪਰ ਸਤਿਗੁਰ ਦੇ ਚਰਨ ਕਮਲ ਸਦਾ ਭੈ ਦੂਰ ਕਰਦੇ ਹਨ। ਇੱਕ ਰਸ ਜੀਵਨ ਖੇੜੇ ਵਾਲਾ ਮਿਲ ਜਾਂਦਾ ਹੈ ਉਸ ਨੂੰ ਜਿਸ ਗੁਰੂ ਚਰਨ ਚਿੱਤ ਲਗਾਇਆ। ਪਾਤਸ਼ਾਹੀ 8ਵੀਂ ਸ਼੍ਰੀ ਗੁਰੂ ਹਰਿ ਰਾਧਾਪਤੀ ਸਾਹਿਬ ਸਹਾਇਕ ਸਿਫਤ ਕੋ ਨਾ ਪਾਰ ਹੈ। ਪੰਕਜ ਤੁਖਾਰ ਚੰਨ ਡਰ ਡਰ ਰਹੇ ਨਿਤ ਗੁਰ ਪੱਗ ਪੰਕਜ ਭੈ ਭਵ ਕੋ ਪ੍ਰਹਾਰ ਹੈ। ਸੋ ਇਸ ਦੇ ਨਾਲ ਹੀ ਅਸ਼ਟਮ ਬਲਬੀਰਾ ਜੀਵਨੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਕਿਤਾਬ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਲੇਖਕ ਸਤਬੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।